ਉਹਨਾਂ ਨਾਲ ਕੋਈ ਸਹਿਮਤੀ ਨਹੀਂ ਹੋਈ। ਉਹਨਾਂ ਨੇ ਕਿਸੇ ਵੀ ਸਵਾਲ ਦਾ ਜਿਹੜਾ ਜਵਾਬ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਦਿੱਤਾ। ਉਹਨਾਂ ਨੂੰ ਜਿਹੜੇ ਵੀ ਸਵਾਲ ਅਸੀਂ ਕਿਸਾਨੀ ਦੇ ਨਾਲ ਸੰਬੰਧਿਤ ਪੁੱਛੇ ਸੀ ਉਹਨਾਂ ਕੋਲ ਕੋਈ ਠੋਸ ਜਵਾਬ ਨਹੀਂ। ਇੱਥੋਂ ਸਾਫ਼ ਮਤਲਬ ਉਹਨਾਂ ਦੀ ਨੀਤ ਦੇ ਵਿੱਚ ਖੋਟ ਹੈ ਜਿਹੜਾ ਉਹ ਸਾਫ਼ ਜ਼ਾਹਰ ਹੁੰਦਾ ਹੈ। ਅੱਜ ਕਿਸਾਨ ਮਰ ਰਹੇ ਨੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਕੇਜਰੀਵਾਲ ਸਾਹਿਬ ਕੋਲ, ਕਿਉਂਕਿ ਉਹਨਾਂ ਦੀ ਪਾਰਟੀ ਦੇ ਜਿਹੜੇ ਵਰਕਰ ਨੇ ਕੇਵਲ ਉਹਨਾਂ ਨੂੰ ਸੰਬੋਧਨ ਕਰਨਾ ਉਹਨਾਂ ਨੇ, ਲੇਕਿਨ ਉਹਨਾਂ ਨੇ ਇਹ ਨਹੀਂ ਸਮਝਿਆ। ਅੱਜ ਮੈਨੂੰ ਮੇਰਾ ਖਿਆਲ ਹੈ ਵੀ ਮਾਨਸਾ ਜ਼ਿਲ੍ਹੇ ਦੇ ਲਈ ਸਭ ਤੋਂ ਮਾੜਾ ਦਿਨ ਹੈ। 11 ਮਹੀਨੇ ਹੋ ਗਏ ਸਾਨੂੰ ਉੱਥੇ ਬੈਠਿਆਂ ਨੂੰ, ਸਾਲ ਹੋਣ ਵਾਲਾ ਹੋ ਗਿਆ। ਤੁਸੀਂ ਕਿਸਾਨਾਂ ਪ੍ਰਤੀ ਕੀ ਕਰਿਆ? ਸਾਡਾ ਆਹ ਸਵਾਲ ਵਿਚਾਲੇ ਰਹਿ ਗਿਆ ਵੀ ਤੁਸੀਂ ਚੰਡੀਗੜ੍ਹ ਦੇ ਵਿੱਚ ਸਾਡੇ ਆਗੂਆਂ ਨੂੰ ਕਿਹਾ ਵੀ ਜਿੰਨਾ ਚੱਕਰ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਵੀ ਉਹਨਾਂ ਚੱਕਰ ਕੋਈ ਵੀ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਅਸੀਂ ਅੱਜ ਕੀ ਲੈਣਾ ਆਇਓ? ਮੰਗਣਾ ਆਇਓ, ਵੋਟਾਂ ਮੰਗਣਾ ਆਇਓ। ਮਾਨਸਾ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਤੇ ਆਗੂਆਂ ਨੇ ਮਾਨਸਾ ਪਟਿਆਲਾ ਰੋਡ ਤੇ ਧਰਨਾ ਲਾਇਆ ਸੀ ਤੇ ਕਿਹਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਤੋਂ ਸਵਾਲਾਂ ਦੇ ਜਵਾਬ ਲੈਣਗੇ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਲੀਡਰ ਕਿਸਾਨਾਂ ਨੂੰ ਕੇਜਰੀਵਾਲ ਨਾਲ ਮੀਟਿੰਗ ਤੱਕ ਤਾਂ ਲੈ ਗਏ, ਪਰ ਕੇਜਰੀਵਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਜਿਸ ਤੋਂ ਬਾਅਦ ਕਿਸਾਨਾਂ ਨੇ ਬਾਈਕਾਟ ਕਰਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਖਿਲਾਫ ਨਾਅਰੇਬਾਜ਼ੀ ਕੀਤੀ। ਦੱਸਦੀ ਕਿ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਤੇ ਪੱਤਰਕਾਰਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਦਾ ਕਰਕੇ ਕਿਸਾਨ ਆਗੂਆਂ ਨੇ ਇਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਰੋਸ ਪ੍ਰਗਟ ਕੀਤਾ ਹੈ। ਦੇਖੋ, ਉਹਨਾਂ ਨਾਲ ਕੋਈ ਸਹਿਮਤੀ ਨਹੀਂ ਹੋਈ। ਉਹਨਾਂ ਨੇ ਕਿਸੇ ਵੀ ਸਵਾਲ ਦਾ ਜਿਹੜਾ ਜਵਾਬ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਦਿੱਤਾ। ਉਹਨਾਂ ਨੂੰ ਜਿਹੜੇ ਵੀ ਸਵਾਲ ਅਸੀਂ ਕਿਸਾਨੀ ਦੇ ਨਾਲ ਸੰਬੰਧਿਤ ਪੁੱਛੇ ਸੀ ਉਹਨਾਂ ਕੋਲ ਕੋਈ ਠੋਸ ਜਵਾਬ ਨਹੀਂ। ਇੱਥੋਂ ਸਾਫ਼ ਮਤਲਬ ਉਹਨਾਂ ਦੀ ਨੀਤ ਦੇ ਵਿੱਚ ਖੋਟ ਹੈ ਜਿਹੜਾ ਉਹ ਸਾਫ਼ ਜ਼ਾਹਰ ਹੁੰਦਾ ਹੈ। ਉਹਨਾਂ ਨੂੰ ਅਸੀਂ ਪੁੱਛਿਆ ਗਿਆ ਸੀ ਵੀ ਤੁਸੀਂ ਖੁਦ ਕਹਿ ਰਹੇ ਹੋ ਵੀ ਜਿਹੜੇ ਇਹ ਤਿੰਨੇ ਖੇਤੀ ਕਾਲੇ ਕਾਨੂੰਨ ਲਿਆਂਦੇ ਗਏ ਨੇ ਬੀਜੇਪੀ ਵੱਲੋਂ, ਇਹ ਗਲਤ ਲਿਆਂਦੇ ਗਏ ਨੇ। ਇਹ ਸਟੇਟਾਂ ਦਾ ਅਧਿਕਾਰ ਸੀ, ਮਤਲਬ ਕਿ ਜਿਨਸਾਂ ਦੇ ਮੰਡੀਕਰਨ ਦਾ ਕਿਵੇਂ ਪ੍ਰਬੰਧ ਕਰਨਾ ਇਹ ਸਾਰਾ ਅਧਿਕਾਰ ਮਤਲਬ ਸਟੇਟ ਸਰਕਾਰ ਦਾ ਹੁੰਦਾ ਹੈ। ਪਰ ਜਦੋਂ 370 ਦੀ ਧਾਰਾ ਤੋੜੀ ਗਈ ਹੈ ਤਾਂ ਉਹ ਸਟੇਟਾਂ ਦੇ ਅਧਿਕਾਰ ਖੋਏ ਗਏ ਨੇ। ਉਦੋਂ ਤੁਸੀਂ ਬੀਜੇਪੀ ਦੀ ਸਪੋਰਟ ਕੀਤੀ ਹੈ, ਉਹਨੂੰ ਤੁਸੀਂ ਸਹੀ ਮੰਨਿਆ। ਇਹ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਸਿਰਫ ਇਹ ਕਹਿ ਕੇ ਉੱਠ ਖੜੇ ਕਿ ਇਹ ਰਾਜਨੀਤਿਕ ਸਵਾਲ ਹੈ, ਇਹ ਕਿਸਾਨਾਂ ਨਾਲ ਜੁੜਦਾ ਨਹੀਂ। ਇਹਨਾਂ ਸਵਾਲਾਂ ਨਾਲ ਹੀ ਅੱਜ ਪੰਜਾਬ ਦੀ ਕਿਸਾਨੀ ਉੱਜੜ ਰਹੀ ਹੈ, ਕਿਉਂਕਿ 370 ਦੀ ਧਾਰਾ ਜੇ ਜੰਮੂ ਕਸ਼ਮੀਰ ਦਾ ਮਤਲਬ ਸਟੇਟ ਦਾ ਵੱਧ ਅਧਿਕਾਰ ਖੋ ਰਹੀ ਹੈ ਤਾਂ ਇਹੀ ਅਧਿਕਾਰ ਹੈ ਜਿਹੜਾ ਉਹ ਪੰਜਾਬ ਸਟੇਟ ਤੋਂ ਜਿਹੜਾ ਮੰਡੀ ਦੇ ਕਰਨ ਵਾਲਾ ਖੋ ਰਹੀ ਹੈ। ਇਹੀ ਅਧਿਕਾਰ ਹੈ ਜਿਹੜਾ ਉਹਨੇ BSF ਨੂੰ ਜਿਹੜਾ 15 ਕਿਲੋਮੀਟਰ ਦੀ ਬਜਾਏ 50 ਕਿਲੋਮੀਟਰ ਦੇ ਕੇ ਮਤਲਬ ਵੱਡਾ ਹਿੱਸਾ ਰਕਬਾ ਜਿਹੜਾ ਪੰਜਾਬ ਦਾ ਮਤਲਬ ਉਹ ਖੋ ਰਿਹਾ ਹੈ। ਸਟੇਟਾਂ ਦੇ ਵੱਧ ਅਧਿਕਾਰ ਦੇ ਉੱਤੇ ਕੇਜਰੀਵਾਲ ਸਾਹਿਬ ਦੀ ਰਾਏ ਬੀਜੇਪੀ ਨਾਲ ਮੋਦੀ ਦੇ ਨਾਲ ਮਿਲਦੀ ਜੁਲਦੀ ਹੈ, ਉਹ 'ਚ ਕੋਈ ਫਰਕ ਨਹੀਂ। ਇੱਥੋਂ ਸਾਫ਼ ਹੋਇਆ ਵੀ ਬੀਜੇਪੀ ਔਰ ਕੇਜਰੀਵਾਲ ਦੇ ਵਿੱਚ ਆਮ ਆਦਮੀ ਪਾਰਟੀ 'ਚ ਕੋਈ ਫਰਕ ਨਹੀਂ। ਇਹ ਕਿਸਾਨ ਹਸ਼ੈਤੀ ਹੋਣ ਦੇ ਡਰਾਮੇ ਕਰਨ। ਕਿੰਨੇ ਪਰਸੈਂਟ ਸੰਤੁਸ਼ਟ ਹੋਏ ਤੁਸੀਂ ਕੇਜਰੀਵਾਲ ਨਾਲ ਗੱਲ? ਅਸੀਂ 1% ਇਹਨਾਂ ਨਾਲ ਸੰਤੁਸ਼ਟ ਨਹੀਂ ਹੋਏ। ਮਤਲਬ ਇਹਨਾਂ ਨੇ ਕੋਈ ਕਿਸੇ ਤਰੀਕੇ ਦਾ ਜਵਾਬ ਨਹੀਂ ਦਿੱਤਾ। ਇਹਨਾਂ ਨੇ ਮਤਲਬ ਪ੍ਰੈਸ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਮਤਲਬ ਮੀਡੀਆ ਇਹਨਾਂ ਦੇ ਰਿਕਾਰਡਿੰਗ ਨਾ ਕਰ ਸਕੇ, ਪਰ ਉਹ ਅਸੀਂ ਚਾਹੁੰਦੇ ਸੀ ਵੀ ਨਹੀਂ, ਲੋਕਾਂ ਦੇ ਸਾਹਮਣੇ ਜਾਣੀ ਚਾਹੀਦੀ ਹੈ, ਸਾਡੀ ਸ਼ਰਤ ਸੀ, ਤਾਂ ਮਤਲਬ ਇਜਾਜ਼ਤ ਦਿੱਤੀ। 1% ਵੀ ਅਸੀਂ ਉਹਨਾਂ ਨਾਲ ਸਹਿਮਤ ਨਹੀਂ, ਕਿਉਂਕਿ ਉਹ ਸਾਫ਼ ਇਸ ਗੱਲ ਤੋਂ ਇਨਕਾਰੀ ਕਰ ਗਏ ਵੀ 370 ਦੀ ਧਾਰਾ ਤੇ ਅਸੀਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ। ਉਹ ਸਟੇਟਾਂ ਦੇ ਵੱਧ ਅਧਿਕਾਰਾਂ ਤੇ ਜਵਾਬ ਨਾ ਦੇਣਾ, ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਸਹਿਮਤ ਨਹੀਂ ਹੈਗੇ। ਇਹ ਧੱਕੇ ਨਾਲ ਮੀਟਿੰਗ ਹੋਈ ਹੈ। ਐਕਚੁਅਲ ਦੇ ਵਿੱਚ ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਜਿਨ੍ਹਾਂ ਦੇ ਸਹਾਰੇ ਔਰ ਜਿਨ੍ਹਾਂ ਨੇ, ਕਿਉਂਕਿ ਸਾਡੀ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਉਹ ਸਭ ਤੋਂ ਵੱਡਾ ਰੋਲ ਹੈ ਪ੍ਰੈਸ ਦਾ, ਔਰ ਪ੍ਰੈਸ ਨੂੰ ਰੋਕਣਾ ਜਿਹੜਾ ਅਤੀ ਨਿੰਦਣਯੋਗ ਹੈ। ਮੈਂ ਇਹਦੇ ਲਈ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਦੀ, ਇਹਨਾਂ ਦੀ ਲੀਡਰਸ਼ਿਪ ਦੀ ਜਿਹੜੀ ਇਸ ਤਰ੍ਹਾਂ ਦਾ ਨਾਦਰਸ਼ਾਹੀ ਫਰਮਾਨ ਹੈ, ਮੇਰਾ ਖਿਆਲ ਹੈ ਵੀ ਉਹ ਘੱਟੋ ਘੱਟ ਬਰਦਾਸ਼ਤਯੋਗ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਸ ਪਰਪਸ ਦੇ ਲਈ ਹੁਣ ਉਹ ਰਾਜਨੀਤੀ ਨਾਲ ਜੋੜ ਰਹੇ ਹੈ, ਅੱਜ ਕਿਸਾਨ ਮਰ ਰਹੇ ਨੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਕੇਜਰੀਵਾਲ ਸਾਹਿਬ ਕੋਲ, ਕਿਉਂਕਿ ਉਹਨਾਂ ਦੀ ਪਾਰਟੀ ਦੇ ਜਿਹੜੇ ਵਰਕਰ ਨੇ ਕੇਵਲ ਉਹਨਾਂ ਨੂੰ ਸੰਬੋਧਨ ਕਰਨਾ ਉਹਨਾਂ ਨੇ, ਲੇਕਿਨ ਉਹਨਾਂ ਨੇ ਇਹ ਨਹੀਂ ਸਮਝਿਆ। ਅੱਜ ਮੈਨੂੰ ਮੇਰਾ ਖਿਆਲ ਹੈ ਵੀ ਮਾਨਸਾ ਜ਼ਿਲ੍ਹੇ ਦੇ ਲਈ ਸਭ ਤੋਂ ਮਾੜਾ ਦਿਨ ਹੈ, ਕਿਉਂਕਿ ਮਾਨਸਾ ਜ਼ਿਲ੍ਹੇ ਦੀਆਂ ਸਾਡੀਆਂ ਜਿਹੜੀਆਂ ਰੋਜੀ ਰੋਟੀ ਤੇ ਸਾਡੀ ਆਨ ਇੱਜ਼ਤ ਨੂੰ ਬਚਾਉਣ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਜੋ ਸੰਘਰਸ਼ ਕਰ ਰਹੀਆਂ ਮਾਤਾਵਾਂ ਸੀ, ਉਹਨਾਂ ਦੀ ਮੌਤ ਹੋਈ ਹੈ।
ਚੰਗਾ ਇਹ ਹੁੰਦਾ ਕਿ ਉਹਨਾਂ ਤੋਂ ਗੱਲ ਸ਼ੁਰੂ ਕਰਦੇ, ਪਰ ਉਹਨਾਂ ਵੱਲੋਂ ਨਹੀਂ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ ਜਿਹੜਾ ਇਸ ਗੱਲ ਦੇ ਵਿੱਚ ਆਮ ਆਦਮੀ ਦੀ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਕੰਡੈਮ ਕਰਦਾ ਹੈ। ਔਰ ਅੰਤ ਦੇ ਵਿੱਚ ਮੈਂ ਇੱਕੋ ਹੀ ਕਹਿ ਸਕਦਾ ਕਿ ਇਹ ਬੀਜੇਪੀ ਦੀ ਬੀ ਟੀਮ ਹੈ ਤੇ ਮੇਰਾ ਖਿਆਲ ਹੈ ਵੀ ਜੇ ਅਸੀਂ ਸਵਾਲ ਕਰਾਂਗੇ ਉਹਨਾਂ ਨੇ ਜਵਾਬ ਥੋੜੀ ਦੇਣੇ ਆ। ਉਹ ਜਵਾਬ ਦੇਣ ਦੀ ਬਜਾਏ ਉਲਟਿਆ ਸਾਡੇ ਤੇ ਸਵਾਲ ਕਰ ਰਹੇ ਆ ਕਿ ਪ੍ਰੈਸ ਜਿਹੜਾ ਅਸੀਂ ਪ੍ਰੈਸ ਨੂੰ ਜਿਹੜਾ ਕਿਸੇ ਕਿਸਮ ਦਾ ਕੋਈ ਜਿਹੜਾ ਸਵਾਲ ਕਰਨ ਦੀ ਜਿਹੜੀ ਆਜ਼ਾਦੀ ਹੈ ਉਹ ਨਹੀਂ ਦੇਵਾਂਗੇ। ਜਿਹੜੀ ਅੱਜ ਗੱਲਬਾਤ ਹੋਈ ਅੰਦਰ ਉਹਦੇ 'ਚ ਕੋਈ ਵੀ ਜਵਾਬ ਕੇਜਰੀਵਾਲ ਸਾਹਿਬ ਤੋਂ ਨਹੀਂ ਦਿੱਤਾ ਗਿਆ, ਕਿਉਂਕਿ ਪਹਿਲਾਂ ਤਾਂ ਕਿਹਾ ਵੀ ਭਗਵੰਤ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ। ਅਸੀਂ ਉਹ ਤੋਂ ਮਨਾ ਕਰਿਆ ਵੀ ਉਹ ਪੰਜਾਬ ਦਾ ਗਾ, ਅਸੀਂ ਕੇਜਰੀਵਾਲ ਨਾਲ ਹੀ ਗੱਲ ਕਰਨੀ ਹੈ। ਤੇ ਉਸ ਤੋਂ ਬਾਅਦ ਆਏ 3 ਸਵਾਲ ਅਸੀਂ ਰੱਖੇ ਆ, ਜਿਹੜੇ 3 ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ। ਅਸੀਂ ਕਿਹਾ ਵੀ 26 ਜਨਵਰੀ ਤੋਂ ਪਹਿਲਾਂ ਅਣਸਾਣੀਆਂ ਤੌਰ ਤੇ ਤੁਸੀਂ ਉੱਥੇ ਜਿਹੜਾ ਕੋਈ ਮਾੜੀ ਮੋਟਾ ਵੀ ਕੋਈ ਨਗੂਨੀ ਕਿਸਾਨਾਂ ਦੀ ਅਣਸਾਣੀਆਂ ਤੌਰ ਤੇ ਕੁਝ ਨਾ ਕੁਝ ਦੇਣਾ ਚਾਹਿਆ, ਜਦੋਂ 26 ਜਨਵਰੀ ਤੋਂ ਬਾਅਦ ਸਾਰਾ ਕੁਝ ਚੱਕ ਕੇ ਕਿਉਂ ਲੈ ਗਏ? ਅੱਜ ਤੁਹਾਡੀ ਕੀ ਦੇਣਾ? ਦੁਬਾਰੇ 11 ਮਹੀਨੇ ਹੋ ਗਏ ਸਾਨੂੰ ਉੱਥੇ ਬੈਠਿਆਂ ਨੂੰ, ਸਾਲ ਹੋਣ ਵਾਲਾ ਹੋ ਗਿਆ। ਤੁਸੀਂ ਕਿਸਾਨਾਂ ਪ੍ਰਤੀ ਕੀ ਕਰਿਆ? ਸਾਡਾ ਆਹ ਸਵਾਲ ਵਿਚਾਲੇ ਰਹਿ ਗਿਆ ਵੀ ਤੁਸੀਂ ਚੰਡੀਗੜ੍ਹ ਦੇ ਵਿੱਚ ਸਾਡੇ ਆਗੂਆਂ ਨੂੰ ਕਿਹਾ ਵੀ ਜਿੰਨਾ ਚੱਕਰ 3 ਕਾਨੂੰਨ ਰੱਦ ਨਹੀਂ ਹੁੰਦੇ ਵੀ ਉਹਨਾਂ ਚੱਕਰ ਕੋਈ ਵੀ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਅਸੀਂ ਅੱਜ ਕੀ ਲੈਣਾ ਆਇਓ? ਮੰਗਣ ਆਇਓ, ਵੋਟਾਂ ਮੰਗਣ ਆਇਓ। ਖਾਸ ਕਰਕੇ ਸਾਰੇ ਸਵਾਲ ਜਿਹੜੇ ਸਾਡੇ ਬਾਕੀ ਛੱਡ ਕੇ ਭੱਜ ਗਿਆ ਉਹ। ਅਸੀਂ ਇਸ ਗੱਲ ਤੋਂ ਕਹਿੰਦੇ ਹਾਂ ਵੀ ਜਿੱਥੇ ਬੀਜੇਪੀ ਦਾ ਖਾਸ ਕਰਕੇ ਦਿੱਲੀ ਸਰਕਾਰ ਦਾ ਕੇਜਰੀਵਾਲ ਆ ਉਹਦਾ ਦੱਲਾ ਇਹ, ਕਿਉਂਕਿ ਪਹਿਲਾਂ ਕੁਝ ਲੋਕਾਂ ਨੂੰ ਇਸ ਗੱਲ ਦਾ ਵਹਿਮ ਸੀਗਾ, ਜਥੇਬੰਦੀਆਂ ਨੂੰ ਪਤਾ ਸੀਗਾ ਵੀ ਇਹ ਜਿਹੜੀ ਆਪਣੀ ਖੱਟੀ ਪੱਗ ਬੰਨ੍ਹ ਕੇ ਉਹਦੇ ਨਾਲ ਭਗਤ ਸਿੰਘ ਨਹੀਂ ਬਣਿਆ ਜਾਂਦਾ, ਕੱਲੀਆਂ ਗੱਲਾਂ ਹੀ ਸੀਗੀਆਂ। ਇੱਕ ਕਹਿ ਕੇ ਉੱਠ ਗਿਆ ਮੈਂ ਕਿਸਾਨਾਂ ਦੇ ਨਾਲ ਹੈ, ਐਂ ਤਾਂ ਬਾਦਲ ਕੇ ਕੈਪਟਨ ਕਈ ਵੀ ਕਹਿੰਦੇ ਕਿਸਾਨਾਂ ਨਾਲ ਹੈ। ਉਹੀ ਚਿਹਰਾ ਮੋਹਰਾ ਗਾ ਸਾਡਾ ਸੁਬਾਹ ਤੋਂ ਧਰਨਾ ਵੱਡੀ ਸੜਕ ਦੇ ਉੱਤੇ ਲੱਗਿਆ ਹੋਇਆ। ਅਸੀਂ ਇਹਦੇ ਖਿਲਾਫ ਨਾਅਰੇਬਾਜ਼ੀ ਕਰਕੇ ਉਵੇਂ ਜ਼ਿਕਰੀ ਜਿਵੇਂ ਪਹਿਲਾਂ ਬੀਜੇਪੀ ਵਾਲਿਆਂ ਦੇ ਤੇ ਬਾਦਲ ਕਿਆਂ ਦੇ ਵਿਰੋਧ ਚੱਲਦੇ ਆ, ਇਹਨਾਂ ਦਾ ਉਵੇਂ ਜ਼ਿਕਰੀ ਵਿਰੋਧ ਚੱਲਾਂਗੇ। ਉਹੀ ਇਹਨਾਂ ਦਾ ਚਿਹਰਾ ਮੋਹਰਾ ਕਿਸਾਨਾਂ ਪੱਖੀ, ਲੋਕਾਂ ਪੱਖੀ, ਖਾਸ ਕਰਕੇ ਕੋਈ ਵਾਲਾ ਫਰਕ ਨਹੀਂ ਦਿਸਦਾ। ਅੰਦਰ ਜਿਹੜੇ ਕਿਸਾਨ ਨੇ ਉਹ ਅਸਲ ਹੁੰਦੇ ਨੇ, ਠੀਕ ਆ, ਪਾਰਟੀ ਦੇ ਵਰਕਰ ਹੈ। ਅੱਜ ਜਿਹੜਾ ਇਹਨਾਂ ਨੇ ਮੁੱਦਾ ਇੱਥੇ ਕੇਜਰੀਵਾਲ ਨੇ ਚੁੱਕਿਆ, ਇਹ 6 ਸਟੇਜਾਂ ਦਾ ਗਾ। 6 ਜੇ ਕਹਿ ਦਈਏ ਮਾਨਸਾ ਜ਼ਿਲ੍ਹੇ ਨਾਲ ਆ ਗਈਆਂ ਤੇ 3 ਆ ਗਈਆਂ ਇਹ ਬਰਨਾਲਾ ਜ਼ਿਲ੍ਹੇ ਨਾਲ। ਉੱਥੋਂ ਦੇ ਇਹ ਕਹਿ ਕੇ ਲਿਆਂਦੇ ਆ ਕੇਜਰੀਵਾਲ ਨੇ, ਜਿੱਥੋਂ ਸਾਡੇ ਕੋਲ ਰਿਪੋਰਟ ਆਈ ਹੈ ਵੀ ਇੱਕ ਕਿਸਾਨ ਦੇ ਨਾਲ ਇੱਕ ਵਰਕਰ ਆ ਜਿਹੜਾ ਪੱਕਾ, ਉਹਦੇ ਨਾਲ ਇੱਕ ਕਿਸਾਨ ਆਉਣਾ ਚਾਹੀਦਾ ਵੀ ਨਰਮੇ ਦੀ ਸੁੰਡੀ ਦੀ ਗੱਲ ਕਰਨੀ ਹੈ। ਸਾਡੇ ਕੋਲ ਇਹ ਆਈ ਹੈ। ਜਿੱਥੋਂ ਜ਼ਿਆਦਾ ਮਾੜੀ ਗੱਲ ਹੋਈ ਹੈ, ਕਹਿੰਦੇ ਮੀਡੀਆ ਦੇ ਸਾਹਮਣੇ ਬੋਲਣੀ ਨਹੀਂ। ਜਿਹੜਾ ਚੋਰ ਹੁੰਦਾ, ਜਿਹੜੇ ਨੇ ਗਲਤ ਗੱਲ ਕਰਨੀ ਹੁੰਦੀ ਆ, ਉਹ ਮੀਡੀਆ ਨੂੰ ਕਹਿਣਾ ਹੁੰਦਾ ਸਾਈਡ ਤੇ ਆ ਬਈ ਸਾਡੇ 15 ਮਿੰਟ ਇਸ ਗੱਲ ਤੇ ਲੱਗੇ ਆ। ਕਹਿੰਦੇ ਮੀਡੀਆ ਤੋਂ ਚੋਰੀ ਆਪਾਂ ਗੱਲ ਕਰਨੀ ਆ। ਅਸੀਂ ਇਸ ਗੱਲ ਤੋਂ ਇਨਕਾਰ ਕੀਤਾ। ਜਿਹੜੇ ਅੱਜ ਪਾਰਟੀਆਂ ਦੇ ਨਾਲ ਇੱਕ ਕਿਸਾਨ ਲਿਆਏ ਨੇ, ਉਹੋ ਜਿਹੇ ਕਿਸਾਨ ਕਹਿ ਦਈਏ ਵੀ ਹੈ ਕਿਸਾਨ ਨੇ, ਠੀਕ ਹੈ, ਮੌਕਾ ਪ੍ਰਸਤੀ ਹੁੰਦੇ ਨੇ, ਪਾਰਟੀਆਂ ਦੇ ਥੱਲੇ ਆ ਜਾਂਦੇ ਆ ਦਬਾਅ ਥੱਲੇ, ਪਰ ਉਹ ਅੰਦਰ ਐਡੀ ਗਿਣਤੀ 'ਚ ਨਾ ਕਿਸਾਨ ਆਏ ਨੇ ਤੇ ਨਾ ਇਹਨਾਂ ਦੇ ਪਾਰਟੀ ਦੇ ਪੱਕੇ ਵਰਕਰ ਨੇ। ਉਹ ਕਿਸਾਨਾਂ ਨਾਲ ਕੋਈ ਸੰਬੰਧ ਨਹੀਂ। ਕਿਸਾਨ ਤਾਂ ਆ ਬੈਠੇ ਸੜਕ ਦੇ ਉੱਤੇ ਨਾਅਰੇ ਲਾਉਂਦੇ ਆ, ਆਪਣੀ ਜਿਹੜੀ ਗੁਲਾਬੀ ਸੁੰਡੀ ਆ ਉਹਦੀ ਮੰਗ ਕਰਦੇ ਆ, ਜਿਹੜਾ ਉਹਨਾਂ ਦਾ ਨਰਮਾ ਪੁੱਤਾਂ ਵਾਂਗੂ ਪਾਲਿਆ ਉਹਦੀ ਮੰਗ ਕਰਦੇ ਆ ਸਰਕਾਰ ਤੋਂ, ਤੇ ਇਹਨਾਂ ਤੋਂ ਕੁਝ ਆਸ ਕਰਦੇ ਆ, ਸਵਾਲਾਂ ਦੇ ਜਵਾਬ ਮੰਗਦੇ ਆ, ਪਰ ਸਾਲਾਂ ਦੇ ਬਾਅਦ ਕੋਈ ਵੀ ਕੇਜਰੀਵਾਲ ਨੇ ਇੱਕ ਵੀ ਨਹੀਂ ਦਿੱਤਾ। ਵੱਡੀ ਮੁਲਾਕਾਤ ਹੋਈ, ਗੱਲਬਾਤ ਹੋਈ ਸਿੱਧੀ ਗੱਲਬਾਤ 5-6 ਮਿੰਟ ਗੱਲਬਾਤ ਕੀਤੀ ਹੈ। 3 ਸਵਾਲਾਂ ਦੇ ਜਵਾਬ ਹੀ ਮੰਗਿਆ, 3 ਦੇ ਨਾ ਦਿੱਤੇ ਜਦੋਂ, ਤਾਂ ਖੜਾ ਹੋ ਕੇ ਜਵਾਬ ਦੇ ਗਿਆ, ਕਹਿੰਦਾ ਵੀ ਤੁਸੀਂ ਫੇਰ ਗੱਲ ਕਰਾਂਗੇ। देखो, सब तो पहले तो मैं ये दसना चाहना कि आम आदमी पार्टी जिहड़ी है वो रामलीला ग्राउंड दे विच एक अंदोलन चों निकली हुई पार्टी है। सो असी कोई ड्राइंग रूमां 'च बैठ के आपदे एजेंडे जां आपदे मैनीफेस्टो नहीं बनाउंदे। ਵਪਾਰੀਆਂ ਨਾਲ ਗੱਲਬਾਤ ਹੋਈ ਜਲੰਧਰ, ਲੁਧਿਆਣਾ, ਤੇ ਅੱਜ ਕਿਸਾਨਾਂ ਦੀਆਂ ਮੁਸ਼ਕਲਾਂ, ਕਿਉਂਕਿ ਇਹ ਨਰਮਾ ਬੈਲਟ ਹੈ, ਗੁਲਾਬੀ ਸੁੰਡੀ ਨੇ ਬਹੁਤ ਨੁਕਸਾਨ ਕੀਤਾ ਹੈ। ਥੋੜ੍ਹੇ ਜਿਹੇ 2-3 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਚਿੱਟੀ ਮੱਖੀ ਨੇ ਨੁਕਸਾਨ ਕੀਤਾ, ਹੁਣ ਗੜੇਮਾਰੀ ਵੀ ਹੋ ਗਈ। ਸੋ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਰਹੇ, ਉਹਨਾਂ ਦੇ ਦੁੱਖ ਦਰਦ ਸੁਣਨ ਆਏ ਸੀ। ਇਸ ਤੋਂ ਬਾਅਦ ਅਸੀਂ ਪੂਰਾ ਰੋਡ ਮੈਪ ਬਣਾ ਕੇ ਕਿਸਾਨਾਂ ਨਾਲ ਫਿਰ ਦੁਬਾਰਾ ਬੈਠਾਂਗੇ ਕਿ ਕਿਵੇਂ ਪੰਜਾਬ ਦੀ ਖੇਤੀ ਨੂੰ ਪੈਰਾਂ ਸਿਰ ਕੀਤਾ ਜਾਵੇ, ਕਿਵੇਂ ਪੰਜਾਬ ਦੇ ਜਿਹੜੀ ਖੇਤੀ ਹੈ ਉਹਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇ, ਨਾ ਕਿ ਘਾਟੇ ਦਾ ਸੌਦਾ ਜਾਂ ਮਜਬੂਰੀ 'ਚ ਕਰਨ ਵਾਲਾ ਇੱਕ ਧੰਦਾ ਜੋ ਬਣ ਕੇ ਰਹਿ ਗਿਆ। ਕਿਵੇਂ ਕਿਸਾਨ ਦਾ ਪੁੱਤ ਜਿਹੜਾ ਉਹਨੂੰ ਕੋਈ ਕਿਸੇ ਸਹਾਇਕ ਧੰਦਿਆਂ 'ਚ ਪਾ ਕੇ ਇੱਥੇ ਹੀ ਉਹ ਆਪਦੇ ਪਰਿਵਾਰ 'ਚ ਰਵੇ, ਨਾ ਕਿ ਉਹ ਆਈਲੈਟਸ ਕਰਕੇ ਜਾਂ ਕੋਈ ਹੋਰ ਏਜੰਟਾਂ ਦੇ ਚੁੰਗਲ 'ਚ ਫਸ ਕੇ ਉਹ ਬਾਹਰਲੇ ਮੁਲਕਾਂ ਵੱਲ ਭੱਜ ਰਹੇ ਹਨ। ਸੋ
ਇਸ ਕਰਕੇ ਧਰਤੀ ਦੇ ਥੱਲੇ ਵਾਲਾ ਪਾਣੀ ਸਾਡਾ ਇਸ ਬੈਲਟ ਦਾ ਕਿਹਾ ਜਾ ਰਿਹਾ ਕਿ ਅਗਲੇ 20 ਕੁ ਸਾਲ ਤੱਕ ਮਾਰੂਥਲ ਬਣਨ ਦੇ ਚਾਂਸ ਨੇ। ਸੋ ਅਸੀਂ ਸਾਰੇ ਪਾਸਿਓਂ ਮਾਰ ਜਾ ਰਹੇ ਹਾਂ। ਥੱਲੋਂ ਸਾਡਾ ਪਾਣੀ ਖਤਮ, ਉੱਪਰ ਸਾਡਾ ਪਾਣੀ ਪੋਲੂਟਡ ਹੋ ਗਿਆ ਤੇ ਉੱਤੋਂ FCI ਮੁੱਕਰ ਗਈ। ਉਹ 3 ਇਹੋ ਜਿਹੇ ਕਾਨੂੰਨ ਲਿਆਏ ਕਿ ਇਸ ਤਾਂ ਹੁਣ ਤੁਹਾਡੀ ਫਸਲ ਖਰੀਦਣੀ ਹੋਈ ਨਹੀਂ, ਕਿਉਂਕਿ ਉਹਨਾਂ ਨੂੰ ਛੱਤੀਸਗੜ੍ਹ ਤੋਂ, ਆਂਧਰਾ ਤੋਂ, ਉਹਨਾਂ ਨੂੰ ਉਧਰਲੇ ਪਾਸਿਓਂ ਜਿਹੜਾ ਹੈ ਉੜੀਸਾ ਤੋਂ ਉਹਨਾਂ ਨੂੰ ਚੌਲ ਮਿਲਣ ਲੱਗ ਗਿਆ, ਉੱਥੋਂ ਦੀਆਂ ਫਸਲਾਂ ਚੱਲ ਪਈਆਂ। ਮਤਲਬ ਮੌਲੇ ਬਲਦ ਵਾਂਗੂ ਪੰਜਾਬ ਤੋਂ ਕੰਮ ਲੈ ਕੇ ਛੱਡਣ ਲੱਗੇ ਨੇ। ਇਹਨੂੰ ਕਿਵੇਂ ਰਿਵਾਈਵ ਕਰਨਾ ਹੈ, ਕਿਵੇਂ ਪੰਜਾਬ ਦੇ ਕਿਸਾਨ ਨੂੰ ਖੁਦਕੁਸ਼ੀ ਤੋਂ ਰੋਕਣਾ ਹੈ, ਇਹਦੇ ਬਾਰੇ ਵਿਚਾਰ ਵਟਾਂਦਰਾ। ਕੇਜਰੀਵਾਲ ਸਾਹਿਬ ਅੱਜ ਆਏ ਸੀਗੇ, ਕਿਸਾਨਾਂ ਨਾਲ ਗੱਲਬਾਤ ਕੀਤੀ ਹੈ। ਹਾਂਜੀ। ਉਹ ਜਿੰਨੀਆਂ ਗੱਲਾਂ ਨੇ ਸਾਰੀਆਂ ਕੁਝ ਮੈਨੀਫੈਸਟੋ 'ਚ ਰੱਖੀਆਂ ਜਾਣਗੀਆਂ ਕਿ ਅੱਗੇ ਕਿਸ ਤਰੀਕੇ ਨਾਲ ਬਿਲਕੁਲ ਇਹ ਰੋਡ ਮੈਪ ਬਣਾਉਣ ਵਾਸਤੇ ਆਏ ਸੀਗੇ। ਉਹਨਾਂ ਦੇ ਸੁਝਾਅ ਇਕੱਲੇ ਨੋਟ ਕੀਤੇ ਨੇ। ਕਿਸੇ ਨੇ ਕਿਹਾ ਕਿ ਡੇਅਰੀ ਫਾਰਮਿੰਗ ਬਹੁਤ ਵਧੀਆ ਚੱਲ ਸਕਦੀ ਹੈ, ਪਰ ਜੇ ਨਕਲੀ ਦੁੱਧ ਜਿਹੜਾ ਹੈ ਉਹ ਬੰਦ ਹੋ ਜੇ। 16 ਲੱਖ ਲੀਟਰ ਦੁੱਧ ਪੰਜਾਬ ਦੇ ਵਿੱਚ ਪੈਦਾ ਹੁੰਦਾ ਹੈ, ਜਿਸ ਕੱਲਾ 9 ਲੱਖ ਲੀਟਰ ਤਾਂ ਕੱਲਾ ਲੁਧਿਆਣਾ ਜਿਹੜਾ ਸ਼ਹਿਰ ਪੀ ਜਾਂਦਾ ਹੈ। ਬਾਕੀ ਰਹਿ ਗਿਆ ਸਾਰੇ ਪੰਜਾਬ ਵਾਸਤੇ 7 ਲੱਖ। ਤੁਹਾਨੂੰ ਲੱਗਦਾ ਵੀ ਬਾਕੀ ਸਾਰੇ ਪੰਜਾਬ 7 ਲੱਖ ਨਾਲ ਸਰ ਜਾਂਦਾ ਹੋ? ਨਹੀਂ। ਤੁਸੀਂ ਅੱਜ ਉਹਨੇ ਮੁੰਡੇ ਨੇ ਸੁਝਾਅ ਦਿੱਤਾ ਕਿ ਤੁਸੀਂ ਅੱਜ ਕਿਸੇ ਨੂੰ ਵੀ 2 ਕੁਇੰਟਲ ਪਨੀਰ ਕਹਿ ਦਿਓ, ਸਵੇਰੇ 5 ਵਜੇ ਤੱਕ ਉਹ ਪਨੀਰ ਦੇ ਦੂਗਾ ਤੁਹਾਨੂੰ। ਨਾ ਉਹਦੇ ਕੋਲ ਮੱਝ ਹੈ ਨਾ ਕੁਛ ਹੈ, ਕਿਉਂਕਿ ਨਕਲੀ ਬਣ ਰਿਹਾ ਸਾਰਾ ਕੁਝ। ਜੇ ਉਹ ਨਕਲੀ ਇਹ ਚੀਜ਼ਾਂ ਰੁਕ ਜਾਣ, ਨਾਲੇ ਤਾਂ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਨਹੀਂ ਖਰਾਬ ਹੋਊਗੀ, ਨਾਲੇ ਦੁੱਧ ਜਿਹੜਾ ਅਸਲੀ ਵੇਚੂਗਾ। ਅਮੂਲ ਕਿਉਂ ਵੇਚ ਰਿਹਾ, ਵੇਰਕਾ ਕਿਉਂ ਨਹੀਂ ਵੇਚ ਰਿਹਾ? ਅਮੂਲ ਇੱਥੇ ਆ ਕੇ ਜਿਹੜਾ ਹੈ ਅਮੂਲ ਦੀ ਕੁਲਫੀ, ਅਮੂਲ ਦਾ ਦੁੱਧ, ਅਮੂਲ ਦੀ ਸਾਰਾ ਕੀ ਗੱਲ ਜੀ, ਉਹ ਗੁਜਰਾਤ ਤੋਂ ਆ ਕੇ ਇੱਥੇ ਕੰਮ ਕਰੀ ਜਾਂਦੇ ਨੇ। ਅਸੀਂ ਕਿਉਂ ਨਹੀਂ ਇੱਥੇ ਆਪਣੇ ਪੰਜਾਬ ਦੇ ਕਿਸਾਨ ਨੂੰ ਵੇਰਕਾ ਕਿਉਂ ਨਹੀਂ ਪੈਰਾਂ ਸਿਰ ਕਰ ਸਕਦੀ? ਠੀਕ ਹੈ ਨਾ। ਸੋ ਇਹ ਗੱਲਾਂ ਹੋਈਆਂ ਨੇ। ਕਿਸੇ ਨੇ ਪਰਾਲੀ ਦਾ ਕਿਸਾਨ ਬਾਹਰ ਨਿਕਲਿਆ ਜੀ, ਕਿਸਾਨ ਨਾਲ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ। ਕੋਈ ਪਰਾਲੀ ਦਾ ਘੋਲ ਜਿਹੜਾ ਉਹ ਵੀ ਉਹਦੇ ਬਾਰੇ ਵੀ ਕਿਹਾ ਸਾਨੂੰ ਵੀ ਦਿਓ ਜੀ, ਇਹ ਜਿਹੜਾ ਦਿੱਲੀ ਤੁਸੀਂ ਬਣਾ ਲਿਆ, ਸਾਡਾ ਵੀ ਪਰਾਲੀ ਨੂੰ ਅੱਗ ਲਾਉਣ ਨੂੰ ਜੀ ਨਹੀਂ ਕਰਦੀ। ਕਿਸਾਨਾਂ ਦੇ ਨਾਲ ਕਿਹਾ ਗਿਆ ਕਿ ਮੁਆਵਜ਼ਾ ਦੇਵਾਂਗੇ ਅਪ੍ਰੈਲ ਦੇ। ਹਾਂਜੀ। ਕਿਸ ਤਰ੍ਹਾਂ ਦਾ ਕਿੰਨਾ ਪਹਿਲਾਂ ਤਾਂ ਮੰਗ ਕੀਤੀ ਹੈ ਕਿ ਜਿਵੇਂ ਦਿੱਲੀ ਦੇ ਵਿੱਚ 50,000 ਰੁਪਏ ਹੈਕਟੇਅਰ ਯਾਨੀ ਕਿ 20,000 ਏਕੜ ਦਿੱਤਾ ਹੈ, ਦੇ ਰਹੇ ਨੇ। ਇੱਥੇ ਦੀ ਜੇ ਕਿ ਲੋਕਲ ਕਾਸਟ ਜ਼ਿਆਦਾ ਪੈਂਦੀ ਹੈ, ਕਈ ਵਾਰੀ ਠੇਕਾ ਜ਼ਿਆਦਾ ਇੱਥੇ ਆਪਣੇ ਮਹਿੰਗਾ ਪੈਂਦਾ, ਵੀ ਲੋਕਲ ਕਾਸਟ ਕੱਢ ਕੇ ਜਦੋਂ ਚੰਨੀ ਸਾਹਿਬ ਮੁਆਵਜ਼ਾ ਦੇ ਦੇਣ। ਜੇ ਨਹੀਂ ਦਿੰਦੇ ਤਾਂ ਖੁਦਕੁਸ਼ੀ ਨਾ ਕਰਿਓ ਕਿਰਪਾ ਕਰਕੇ। ਅੱਜ ਕੇਜਰੀਵਾਲ ਜੀ ਨੇ ਕਿਹਾ ਕਿ ਅਸੀਂ 30 ਅਪ੍ਰੈਲ ਤੱਕ ਅਸੀਂ ਦੇ ਦਾਂਗੇ। 1 ਮਹੀਨੇ ਸੰਭਵ ਹੋ ਜਾਏਗਾ। ਉਹ ਜੇ ਨੀਅਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ। ਸਰ ਉਹਨਾਂ ਨਾਲ ਸਵਾਲਾਂ ਜਵਾਬ ਮੁੱਖ ਮੰਤਰੀ 7-8 ਮਿੰਟ ਉਹਨਾਂ ਕੋਲੇ ਬੈਠੇ ਨੇ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਕਰਨਗੇ ਇਸ ਮੁੱਦੇ ਤੇ 2 ਦਿਨ ਬਠਿੰਡੇ ਕੱਲ ਮੀਡੀਆ ਇਨਵਾਈਟ ਹੋਏਗਾ, ਇਸ ਤਰੀਕੇ ਨਾਲ ਗੱਲਬਾਤ ਹੋਏਗੀ। ਮੈਨੂੰ ਲੱਗਦਾ ਵੀ ਸ਼ਾਇਦ ਕੱਲ ਨੂੰ ਬਠਿੰਡੇ ਥੋੜਾ ਪ੍ਰੈਸ ਨੂੰ ਬਰੀਫਿੰਗ ਕਰਨਗੇ। ਸੀਐਮ ਦਾ ਚਿਹਰਾ ਕਿਉਂ ਨਹੀਂ ਐਲਾਨਿਆ ਗਿਆ ਜੀ ਹਜੇ ਤੱਕ, ਜਦੋਂ ਕਿ ਇਹੀ ਮੁੱਦਾ ਲਮਕਦਾ ਹਰ ਵਾਰ? ਨਹੀਂ, ਕਾਂਗਰਸ ਨੇ ਐਲਾਨ ਕਰ ਦਿੱਤਾ। ਨਹੀਂ ਆਮ ਆਦਮੀ ਦੀ ਗੱਲ ਕਰਦੇ ਨਹੀਂ, ਮੈਂ ਕਾਂਗਰਸ ਤਾਂ ਖਤਮ ਹੈ। ਕਾਂਗਰਸ ਖਤਮ ਹੈ ਤੁਸੀਂ ਕਹਿ ਰਹੇ ਹੋ? ਨਹੀਂ, ਇਹ ਕਹਿ ਰਹੇ ਨੇ ਕਾਂਗਰਸ ਖਤਮ ਹੈ ਤੇ ਸੁਖਵੀਰ ਨੇ ਘਰੋਂ ਲੈ ਲੈਣਾ, ਉਹਦਾ ਆਪ ਹੀ ਐਲਾਨ ਕਰਨਾ। ਹਾਂ, ਤੁਸੀਂ ਦੱਸੋ ਕਿਦੋਂ ਐਲਾਨ? ਆਮ ਆਦਮੀ ਪਾਰਟੀ ਬੜੀ ਜਲਦੀ PAC ਬੈਠੂਗੀ ਸਾਡੀ, ਮਤਲਬ ਬੜੀ ਜਲਦੀ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਜਿੱਦਾਂ ਹੀ ਫਾਈਨਲ ਹੋ ਗਿਆ। ਸਭ ਤੋਂ ਪਹਿਲਾਂ ਮਾਨਸਾ ਵਾਲਿਆਂ ਚੋਣ ਲੜੋਗੇ? ਮਾਨ ਸਾਹਿਬ ਤੁਸੀਂ ਲੋੜ ਹੋ ਚੁੱਕੀ ਹੈਗੀ, ਬਾਕੀ ਨਹੀਂ MLA ਦੀ ਉਹ ਹਲਕਾ ਚਾਰਜ ਹਲਕਾ ਤੁਸੀਂ ਕਦੋਂ ਕਰ ਰਹੇ ਹੋ? MLA ਲਿਸਟ ਵੀ ਹੈ। ਤੁਸੀਂ ਚੋਣ ਲੜੋਗੇ ਮਾਨ ਸਾਹਿਬ? NHM ਮੁਲਾਜ਼ਮ ਤੁਹਾਨੂੰ ਮਿਲੇ ਆ, ਕੱਲ ਉਹਨਾਂ ਦਾ ਹਾਂਜੀ ਜਾਓਗੇ? ਹਾਂਜੀ। ਦੇਖੋ ਹਰ ਵਰਗ ਜਿਹੜਾ ਕੋਈ ਧਰਨੇ ਤੇ NHM ਵਾਲੇ ਮੈਨੂੰ ਮਿਲੇ ਨੇ ਕਰ ਧਰਨਾ ਦੇਣਗੇ, ਹੈ ਨਾ। ਉਹ 623 ਜਿਹੜੇ ਟੀਚਰ ਨੇ ਉਹ ਉਹਨਾਂ ਨੇ ਮੰਗ ਪੱਤਰ ਦਿੱਤਾ। ਸੋ ਮਤਲਬ ਚੰਨੀ ਸਾਹਿਬ ਆਏ ਨੇ, ਇੱਕ ਲੁੱਟੀ ਹੋਈ ਜਾਂਦੀ ਟ੍ਰੇਨ ਦਾ ਇੰਜਣ ਬਦਲਤਾ। ਇੰਜਣ ਬਦਲਣਾ ਡੱਬਿਆਂ 'ਚ ਤਾਂ ਨਹੀਂ ਲੁੱਟ ਹਟਣੀ, ਡੱਬਿਆਂ 'ਚ ਉਹੀ ਲੁੱਟ ਚੱਲ ਰਹੀ ਹੈ। ਤੋ ਕੁਝ ਨਹੀਂ ਬਦਲਿਆ, ਬਸ ਸਿਰਫ ਸ਼ਹਿਰ ਬਦਲ ਗਿਆ। ਹੁਣ ਪਟਿਆਲੇ ਦੀ ਬਜਾਏ ਮਰਿੰਡੇ ਚਲੇ ਗਏ ਉਹ ਧਰਨਾ ਦੇਣ। ਪਟਿਆਲਾ ਹਲੇ ਵੀ ਨਹੀਂ ਬਦਲ ਰਿਹਾ। ਕੈਪਟਨ ਸਿੰਘ ਆਪਣੀ ਨਵੀਂ ਪਾਰਟੀ ਬਣਾ ਰਹੇ ਨੇ। ਚੰਨੀ ਸਾਹਿਬ ਦੇ ਦਿੱਲੀ ਬਹੁਤ ਗੇੜੇ ਲੱਗ ਰਹੇ ਨੇ, ਅੱਜ ਚੰਨੀ ਗਏ ਨੇ, ਕੱਲ ਰੰਧਾਵਾ ਗਏ ਸੀ। ਮੈਨੂੰ ਇਹ ਪੁੱਛਿਆ ਗਿਆ ਕਿਤੇ ਵੱਲੋਂ ਕਿ ਚੰਨੀ ਸਾਹਿਬ 18 ਘੰਟੇ ਕੰਮ ਕਰ ਰਹੇ ਨੇ। ਮੈਂ ਕਿਹਾ ਜੀ 18 ਘੰਟਿਆਂ 'ਚੋਂ 10 ਘੰਟੇ ਤਾਂ ਦਿੱਲੀ ਹੁੰਦੇ ਨੇ, ਉਹ ਕਰਨਾ ਪੈਂਦਾ ਉਹਨੂੰ, ਠੀਕ ਹੈ ਨਾ। ਹਰ ਰੋਜ਼ ਉਹਨੂੰ ਦਿੱਲੀ ਬੁਲਾ ਲੈਂਦੇ ਨੇ ਤੇ ਅੱਜ ਆ ਹੋ ਗਿਆ। ਸੋ ਇਹਨਾਂ ਦੀਆਂ ਆਪਣੀਆਂ ਲੜਾਈਆਂ ਨਹੀਂ। ਅਰੂਸਾ ਪੰਜਾਬ ਦਾ ਮੁੱਦਾ ਹੈ। ਮੇਰੇ ਲਈ ਪੰਜਾਬ ਦਾ ਮੁੱਦਾ ਉਹ ਹੈ ਜਿਹੜੇ ਮੁੰਡੇ ਟੈਂਕੀਆਂ ਦੇ ਚੜੇ ਬੈਠੇ ਨੇ। ਮੇਰੇ ਲਈ ਪੰਜਾਬ ਦਾ ਮੁੱਦਾ ਉਹ ਹੈ ਜਿਹੜੇ ਮੰਤਰੀਆਂ ਦੇ ਘਰਾਂ ਮੂਹਰੇ ਟੈਂਟ ਲਾਈ ਬੈਠੇ ਨੇ। ਮੇਰੇ ਲਈ ਪੰਜਾਬ ਦਾ ਮੁੱਦਾ ਉਹ ਜਿਹੜੀਆਂ ਆਂਗਣਵਾੜੀਆਂ ਨੇ ਪੁੱਤ ਖਾਈ ਜਾਂਦੀਆਂ ਨੇ। ਸੋ ਮੇਰੇ ਲਈ ਪੰਜਾਬ ਦਾ ਮੁੱਦਾ ਜਿਹੜੇ ਕੱਚੇ ਅਧਿਆਪਕ, ਟੀਚਰ, ਲੈਕਚਰਰ, ਜਿਨ੍ਹਾਂ ਨੂੰ ਇਹ ਡਰ ਹੈ ਕੱਲ ਨੂੰ ਕੱਢੇ ਪਰਸੋਂ ਨੂੰ ਕੱਢੇ। ਕੈਪਟਨ ਸਾਹਿਬ ਵੀ ਅਮਿਤ ਸ਼ਾਹ ਨੂੰ ਮਿਲ ਰਹੇ ਨੇ, ਅੱਜ ਨਹੀਂ ਮਿਲੇ ਹੋਗੇ। ਪਰ ਟਿੱਕਰੀ ਬਾਰਡਰ ਦੇ ਉੱਪਰ ਮਾਨਸਾ ਦੀ 3 ਮਹਿਲਾਵਾਂ ਅੱਜ ਬਹੁਤ ਦੁਖਦਾਇਕ ਘਟਨਾ
ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਪਹਿਲਾਂ ਮੌਨ ਰੱਖ ਕੇ ਫਿਰ ਉਦੋਂ ਫੰਕਸ਼ਨ ਉਹ ਤਾਂ ਜੀ ਜਦੋਂ ਆਏ ਨੇ ਟ੍ਰੇਨ 'ਚ ਬਹਿ ਕੇ ਉਦੋਂ ਬਾਅਦ ਦੀ ਗੱਲ ਹੈ। ਅੱਜ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਹੈ ਤੇ ਇਹ ਵੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਪਰਿਵਾਰ ਨੂੰ ਪੰਜਾਬ ਸਰਕਾਰ ਮੁਆਵਜ਼ਾ ਪਲੱਸ ਜਿਹੜੇ ਦੋਸ਼ੀ ਨੇ ਮਾਨ ਸਾਹਿਬ ਕੁਝ ਕਿਸਾਨ ਸੰਤੁਸ਼ਟ ਨਹੀਂ ਹੋਏ, ਉਹ ਕਹਿ ਰਹੇ ਆ ਕਿ ਅਸੀਂ 5 ਗੱਲਾਂ ਰੱਖੀਆਂ ਸੀਗੀਆਂ, 3 ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਗੱਲ ਨਹੀਂ ਰੱਖ ਪਾਏ। ਅਸੀਂ ਪਹਿਲਾਂ ਪਾਰਟੀਆਂ ਦਾ ਜਿਹੜਾ ਉਹ ਪ੍ਰੋਟੈਸਟ ਕਰਿਆ, ਹੁਣ ਆਮ ਆਦਮੀ ਦੇ ਪਾਰਟੀ ਮੁੱਦੇ ਤੇ ਅਸੀਂ ਉਹਨਾਂ ਦੇ ਨਾਲ ਆ ਪਹਿਲੇ ਦਿਨ, ਚਾਹੇ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਵਿਧਾਨ ਸਭਾ, ਚਾਹੇ ਦਿੱਲੀ ਦੀ ਵਿਧਾਨ ਸਭਾ। ਹੁਣ ਜੇ ਉਹ ਪੋਲੀਟੀਕਲ ਸਵਾਲ ਪੁੱਛਣਗੇ ਉਹਦੇ ਵਾਸਤੇ ਤਾਂ ਫਿਰ ਆਪਾਂ ਡਿਬੇਟ ਕਿਤੇ ਹੋਰ ਕਰਦੇ। ਕੀ ਉਹ ਪੋਲੀਟਿਕ ਜਿਹੜੇ ਕਿਸਾਨ ਸੰਯੁਕਤ ਮੋਰਚੇ ਵਾਲੇ ਆਏ ਸੀ ਕਿ ਉਹ ਪੋਲੀਟੀਕਲ ਸੀਗੇ ਜੀ ਬੰਦੇ ਜਿਹੜੇ ਆਏ ਸੀ? ਹਾਂਜੀ, ਵਿੱਚੋਂ ਦੇ ਉਹਨਾਂ ਦੇ ਕੁਝ ਹੈਗੇ ਸੀ ਜਿਹੜੇ ਉਹਨੇ ਪੋਲੀਟੀਕਲ ਸਵਾਲ ਪੁੱਛੇ। ਹੁਣ ਜੰਮੂ ਕਸ਼ਮੀਰ ਦੀ 370 ਧਾਰਾ ਨਾਲ ਪੰਜਾਬ ਕਿਸਾਨੀ ਦਾ ਕੀ ਸੰਬੰਧ ਹੈ? ਇਹ ਤਾਂ ਫੇਰ ਕਰ ਲਾਂਗੇ।